ਇਹ ਜੋ ਮੈਂ ਵੀਡੀਓ ਬਣਾ ਰਿਹਾ ਹਾਂ ਇਹ ਉਹਨਾਂ ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਦੀ ਹੈ ਜੋ ਅਲਾਈਡ ਐਂਗਲਸ ਨਾਲ ਸੰਬੰਧ ਰੱਖਦੀ ਹੈ। ਪਹਿਲਾਂ ਇਹ ਵੀਡੀਓ ਬਣਾਉਣ ਦਾ ਮੰਤਵ ਕੀ ਹੈ? ਹਾਲਾਂਕਿ ਟ੍ਰਿਗਨੋਮੈਟਰੀ ਮੈਂ ਸ਼ੁਰੂ ਨਹੀਂ ਕੀਤੀ, ਟ੍ਰਿਗਨੋਮੈਟਰੀ +1 ਦਾ ਚੈਪਟਰ ਹੈ। ਮੈਂ ਪੜ੍ਹਾ ਰਿਹਾ ਕੰਪਲੈਕਸ ਨੰਬਰ, ਪਰ ਕੰਪਲੈਕਸ ਨੰਬਰ ਤੋਂ ਪਹਿਲਾਂ ਇਹ ਖਾਸ ਰੇਸ਼ੋਜ਼ ਨੂੰ ਸਮਝਣ ਦੀ ਲੋੜ ਹੈ। ਇਹਨਾਂ ਖਾਸ ਐਂਗਲਸ ਦੀ ਟ੍ਰਿਗਨੋਮੈਟਰੀ ਰੇਸ਼ੋ ਨੂੰ ਸਮਝਣ ਦੀ ਲੋੜ ਹੈ। ਸਿਰਫ +1 ਨਹੀਂ, +2 ਦੇ ਬੱਚਿਆਂ ਨੂੰ ਵੀ ਅਤੇ ਅਗਲੇ ਕਲਾਸਾਂ ਦੇ ਬੱਚੇ ਨੂੰ ਵੀ। ਇਹ ਅਲਾਈਡ ਐਂਗਲ ਹੁੰਦੇ ਕਿਹੜੇ ਨੇ? ਪਹਿਲਾਂ ਤਾਂ ਮੈਂ ਫਿਰ ਕਹਿੰਦਾ ਕਿ ਜਿਹੜੇ ਬੱਚੇ ਕੰਪਲੈਕਸ ਨੰਬਰ ਕਰ ਰਹੇ ਨੇ ਉਹਦੇ ਵਿੱਚ ਇੱਕ ਪੋਲਰ ਫਾਰਮ ਆਉਂਦੀ ਹੈ ਕੰਪਲੈਕਸ ਨੰਬਰ ਦੀ, ਉੱਥੇ ਸਾਨੂੰ ਇਸ ਦੀ ਜ਼ਰੂਰਤ ਪਊਗੀ। +1 ਦੀ ਸਾਰੀ ਟ੍ਰਿਗਨੋਮੈਟਰੀ, +1 ਦਾ ਸਾਰਾ ਮੈਥ, +2 ਦੇ ਮੈਥ ਦੇ ਵਿੱਚ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਨੇ, ਉੱਥੇ ਵੀ ਇਹਦੀ ਖਾਸ ਜ਼ਰੂਰਤ ਪਊਗੀ। ਤਾਂ +2 ਲਈ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ, +1 ਦੀ ਟ੍ਰਿਗਨੋਮੈਟਰੀ ਲਈ, +1 ਦੇ ਕੰਪਲੈਕਸ ਨੰਬਰ ਲਈ ਇਹਦੀ ਜ਼ਰੂਰਤ ਪਊਗੀ। ਇਸ ਵੀਡੀਓ ਦੀ ਧਿਆਨ ਨਾਲ ਵੀਡੀਓ ਦੇਖਣੀ ਹੈ, ਇਸ ਵੀਡੀਓ ਦੇ ਬਿਹਾਫ 'ਤੇ ਆਪਾਂ ਅੱਗੇ ਪੜ੍ਹ ਸਕਾਂਗੇ। ਅਲਾਈਡ ਐਂਗਲਸ ਕਿਹੜੇ ਹੁੰਦੇ ਨੇ ਪਹਿਲਾਂ ਤਾਂ ਉਹ ਸਮਝ ਲਓ। ਅਲਾਈਡ ਐਂਗਲ ਦੀ ਆਪਾਂ ਡੈਫੀਨੇਸ਼ਨ ਦੇ ਲਈਏ, ਡੈਫੀਨੇਸ਼ਨ ਤੋਂ ਆਪਾਂ ਅੱਗੇ ਚੱਲਾਂਗੇ। ਐਂਗਲ ਇਜ਼ ਸੈਡ ਟੂ ਬੀ ਐਨ ਐਂਗਲ is said to be allied to an angle x एक एंगल कोई भी एंगल हो सकता है, मान लो थीटा है, वो x का अलाइड होगा if their sum ਜਾਂ ਬ੍ਰੈਕਟ 'ਚ ਪਾ ਲਈਏ ਆਪਾਂ ਡਿਫਰੈਂਸ, ਜਾਂ ਜੋੜ ਵੀ ਹੋ ਸਕਦਾ ਜਾਂ ਮਾਈਨਸ ਵੀ ਹੋ ਸਕਦਾ। ਕੋਈ ਐਂਗਲ ਥੀਟਾ ਹੈ ਉਹਦਾ ਐਕਸ ਨਾਲ ਜੋੜ ਵੀ ਹੋ ਸਕਦਾ, ਉਹਦਾ ਐਕਸ ਨਾਲ ਮਾਈਨਸ ਵੀ ਹੋ ਸਕਦਾ। ਇਜ਼ ਈਦਰ 0 ਔਰ ਮਲਟੀਪਲ ਆਫ π/2, ਜਾਂ ਤਾਂ ਇਹਨਾਂ ਜੋੜ ਜਾਂ ਘਟਾ ਕੀ ਹੋਵੇ 0 ਹੋਵੇ, ਔਰ ਜਾਂ ਇਹਨਾਂ ਦਾ ਜੋੜ ਜਾਂ ਘਟਾ ਕੇ ਹੋਵੇ π/2 ਦਾ ਮਲਟੀਪਲ। π/2 ਦਾ ਮਲਟੀਪਲ ਕਿ π/2 ਨੂੰ ਮੰਨ ਲਓ ਆਪਾਂ 2 ਨਾਲ ਮਲਟੀਪਲਾਈ ਕਰਤਾ ਤਾਂ ਪਾਈ ਵੀ ਹੋ ਸਕਦਾ ਹੈ। π/2 ਨੂੰ ਆਪਾਂ 1/2 ਨਾਲ ਮਲਟੀਪਲਾਈ ਕਰਤਾ, π/4 ਵੀ ਹੋ ਸਕਦਾ ਹੈ। ਆਪਾਂ 1/2 ਨਾਲ ਨਹੀਂ ਕਰਦੇ, ਚਲੋ π/2 ਨੂੰ ਆਪਾਂ 1 ਨਾਲ ਮਲਟੀਪਲਾਈ ਕਰਤਾ, π/2 ਹੀ ਆ ਗਿਆ। ਫਰੈਕਸ਼ਨ ਨਾਲ ਨਹੀਂ ਮਲਟੀਪਲਾਈ ਕਰਦੇ, ਆਪਾਂ ਪੂਰੇ ਨੰਬਰ ਨਾਲ ਹੀ ਮਲਟੀਪਲਾਈ ਕਰਾਂਗੇ। π/2 ਨੂੰ ਆਪਾਂ 3 ਨਾਲ ਮਲਟੀਪਲਾਈ ਕਰਤਾ, 3π/2 ਹੋ ਗਿਆ। ਮਤਲਬ ਇੱਦਾਂ ਦਾ, ਮੰਨ ਲਓ x + θ ਜੋੜ π/2 ਹੈ, ਮੰਨ ਲਓ, ਜਾਂ ਪਾਈ ਹੈ, ਇੱਦਾਂ ਦਾ। ਹੁਣ ਇੱਥੋਂ ਧਿਆਨ ਨਾਲ ਦੇਖੋ, x ਕੀ ਹੋਊਗਾ? ਜਾਂ ਤਾਂ ਮਾਈਨਸ ਦਾ ਥੀਟਾ ਹੋ ਜਾਊ ਇੱਥੋਂ, ਜਾਂ ਕੀ ਹੋ ਜਾਊ x + ਦਾ ਥੀਟਾ ਹੋ ਜਾਊਗਾ, ਜਾਂ x ਕੀ ਹੋ ਸਕਦਾ? π/2 - θ ਹੋ ਸਕਦਾ ਹੈ, ਜਾਂ x π + θ ਹੋ ਸਕਦਾ। ਇਹੋ ਜਿਹੇ ਐਂਗਲਾਂ ਦੀ ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਆਪਾਂ ਪਤਾ ਕਰਨੀਆਂ ਨੇ। ਤੁਸੀਂ ਉਲਝ ਕੇ ਹੋਵੋਗੇ ਇਹ ਕੀ ਹੈ? ਪਹਿਲਾਂ ਇਹਨੂੰ ਛੱਡੋ, ਪਹਿਲਾਂ ਆਪਾਂ ਮੈਟ੍ਰਿਕ ਵੱਲ ਚੱਲਦੇ ਹਾਂ, 10th ਵੱਲ ਚੱਲਦੇ ਹਾਂ। ਮੈਟ੍ਰਿਕ ਦੇ ਵਿੱਚ ਕੁਝ ਸਪੈਸ਼ਲ ਐਂਗਲ ਸੀਗੇ, ਆਪਾਂ 0, 30 ਡਿਗਰੀ, 45 ਡਿਗਰੀ, 60 ਡਿਗਰੀ, 90 ਡਿਗਰੀ। ਇਹਦਾ ਆਪਾਂ ਸਾਈਨ ਰੇਸ਼ੋ ਕੱਢੀ ਸੀਗੀ, ਕੌਸ ਕੱਢੀ ਸੀ, ਟੈਨ ਕੱਢੀ ਸੀ, ਅੱਗੇ ਕੌਟ ਸਾਈਨ ਦੀ ਉਲਟ ਕੋਸੀਕੈਂਟ, ਕੌਸ ਦੀ ਉਲਟ ਸੀਕੈਂਟ, ਟੈਨ ਦੀ ਉਲਟ ਕੋਟੇਂਜਰ ਕੱਢੀ ਸੀ। ਤੁਹਾਨੂੰ ਯਾਦ ਹੋਊਗਾ ਸਾਈਨ 0 0 ਆਇਆ ਸੀ, ਇਹ 1/2 ਆਇਆ ਸੀ। ਮੈਨੂੰ ਲੱਗਦਾ ਤੁਹਾਨੂੰ ਤੁਹਾਡੇ ਟੀਚਰ ਨੇ ਮੈਥਡ ਸਿਖਾਇਆ ਹੋਊਗਾ ਕਿ ਕਿਵੇਂ ਬਣਾਉਣਾ ਇਹ। 0 1 2 3 4 ਲਿਖ ਕੇ 4 ਨਾਲ ਡਿਵਾਈਡ ਕਰਕੇ ਫਿਰ 4 ਨਾਲ ਸਕੇਅਰ ਰੂਟ ਕੱਢ ਕੇ, ਮਤਲਬ ਇਹ ਤਰੀਕਾ ਸਿਖਾਇਆ ਹੋਊ ਨਾ ਟੇਬਲ ਬਣਾਉਣ ਦਾ। ਤਾਂ ਇੱਥੇ ਕੀ ਆ ਜਾਣਾ? √3/2 ਆ ਜਾਣੇ 1, cos θ 1, √3/2, 1/√2, 1/2, 0, tan θ 0, 1/√3, 1, √3, ਇਨਫਿਨਿਟੀ। ਇਸੇ ਤਰੀਕੇ ਸਾਈਨ ਉਲਟ ਕੇ ਕੋਸੀਕੈਂਟ, ਕੌਸ ਨੂੰ ਉਲਟਾ ਕੇ ਸੀਕੈਂਟ, ਟੈਨ ਉਲਟਾ ਕੇ ਕੋਟੇਂਜੈਂਟ। ਇੱਥੇ ਤੱਕ ਕੱਢਣਾ ਸੌਖਾ ਹੈ। ਮਸਲਾ
ਪੈਦਾ ਕਿੱਥੇ ਹੁੰਦਾ ਮਸਲਾ? ਮੰਨ ਲਓ ਆਪਾਂ ਇਸ ਤੋਂ ਵੱਡੇ ਐਂਗਲ ਜਾਂ ਇਸ ਤੋਂ ਛੋਟੇ ਐਂਗਲ, ਮੰਨ ਲਓ ਸਾਈਨ -30 ਡਿਗਰੀ ਕੱਢਣਾ, 0 'ਚੋਂ 30 ਮਾਈਨਸ ਹੋ ਗਿਆ। ਸਾਈਨ ਆਪਾਂ 130 ਕੱਢਣਾ, 120 ਕੱਢਣਾ, 90 'ਚ 30 ਜੁੜ ਗਿਆ। ਇਹੋ ਜਿਹੇ ਐਂਗਲ ਨੂੰ ਆਪਾਂ ਕਿਵੇਂ ਫਾਈਂਡ ਆਊਟ ਕਰਾਂਗੇ? ਇਹਦੇ ਲਈ ਆਪਾਂ ਨੂੰ ਆਹ ਜਿਹੜੇ ਅਲਾਈਡ ਐਂਗਲਸ ਆ ਉਹ ਕੰਮ ਆਉਣਗੇ। ਹੁਣ ਅਲਾਈਡ ਪਾਈ ਦੀ ਸ਼ੇਪ 'ਚ ਪਹਿਲਾਂ ਪਾਈ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਾਈ ਦੀ ਡੈਫੀਨੇਸ਼ਨ ਵੈਸੇ ਛੋਟੀਆਂ ਕਲਾਸਾਂ ਪੜ੍ਹੀ ਹੋਊਗੀ। ਇਟ ਇਜ਼ ਅ ਰੇਸ਼ੋ ਆਫ ਸਰਕਮਫਰੈਂਸ ਆਫ ਸਰਕਲ ਐਂਡ ਡਾਇਮੀਟਰ ਆਫ ਸਰਕਲ। ਚਲੋ ਇਹਦੀ ਚੰਗੀ ਤਰ੍ਹਾਂ ਡੈਫੀਨੇਸ਼ਨ ਮੈਂ ਟ੍ਰਿਗਨੋਮੈਟਰੀ ਕਰਾਊਂਗਾ। ਬਸ ਇੰਨਾ ਕੁ ਹਿਸਾਬ ਲਾ ਲਓ ਕਿ ਜਿਹੜਾ ਪਾਈ ਹੁੰਦਾ ਉਹ ਇੱਕ ਤਰੀਕੇ ਦਾ 180 ਡਿਗਰੀ ਦਾ ਐਂਗਲ ਹੁੰਦਾ ਵਾ। ਇੰਨੀ ਗੱਲ ਯਾਦ ਕਰ ਲਓ। ਤਾਂ π/2 180 ਦਾ ਹਾਫ ਕੀ ਹੋ ਗਿਆ? 90 ਹੋ ਗਿਆ। π/3 180 ਨੂੰ 3 ਤੇ ਡਿਵਾਈਡ ਕਰਾਂਗੇ 60 ਹੋ ਗਿਆ। π/4 180 ਨੂੰ 4 ਤੇ ਡਿਵਾਈਡ ਕਰਾਂਗੇ 45 ਹੋ ਗਿਆ। π/6 180 ਨੂੰ 6 ਤੇ ਡਿਵਾਈਡ ਕਰਾਂਗੇ 30 ਡਿਗਰੀ ਹੋ ਗਿਆ। ਜੇ ਮੈਂ ਕਹਾਂ ਕਿ 2π/3 2π/3 ਕਿੰਨੇ? 60 ਸੀਗਾ। 60 ਨੂੰ 2 ਨਾਲ ਕੀਤੀ 120 ਹੋ ਗਿਆ। ਸਮਝ ਆ ਗਿਆ। 3π/2 π/2 ਕਿੰਨੇ? 90 ਸੀਗਾ। 90 3 ਨਾਲ ਗੁਣਾ ਕੀਤੀ 270 ਡਿਗਰੀ ਹੋ ਗਿਆ। ਮੰਨ ਲਓ ਹਿਸਾਬ ਲਾ ਲਓਗੇ ਨਾ ਆਪੀ ਕਿ ਪਾਈ ਦੇ ਮੁੱਲ 180 ਭਰ ਦਿਓ, ਬਾਕੀ ਆਪੇ ਨਿਕਲ ਜਾਣਾ। ਇਹਨੂੰ ਵਰਤਾਂਗੇ ਕਿਵੇਂ? ਹੁਣ ਪਹਿਲਾਂ ਤੁਸੀਂ ਇਹ ਇੰਨੇ ਕੁ ਗੱਲ ਸਮਝ ਲਈ। ਹੁਣ ਇੱਧਰ ਆ ਜਾਓ। ਆਪਾਂ 4 ਕੁਆਡਰੈਂਟ ਸਮਝੇ ਹੋਏ ਨੇ, 4 ਚੌਥਾਈਆਂ, ਪਹਿਲੀ ਚੌਥਾਈ, ਦੂਜੀ ਚੌਥਾਈ, ਤੀਜੀ ਚੌਥਾਈ, ਚੌਥੀ ਚੌਥਾਈ, ਫਸਟ ਕੁਆਡਰੈਂਟ, ਸੈਕੰਡ ਕੁਆਡਰੈਂਟ, ਥਰਡ ਕੁਆਡਰੈਂਟ, ਫੋਰਥ ਕੁਆਡਰੈਂਟ। ਆਹ ਹੌਰੀਜ਼ੋਨਟਲ ਐਕਸਿਸ ਜਿਹਨੂੰ ਐਕਸ ਐਕਸਿਸ ਕਹਿੰਦੇ ਆ, ਆਹ ਵਰਟੀਕਲ ਐਕਸਿਸ ਜਿਹਨੂੰ ਵਾਈ ਐਕਸਿਸ ਕਹਿੰਦੇ ਆ। ਹੌਰੀਜ਼ੋਨਟਲ ਲੇਟਵੀਂ, ਵਰਟੀਕਲ ਖੜਵੀਂ। ਇੱਥੇ ਆਪਾਂ 0 ਡਿਗਰੀ ਮੰਨ ਕੇ ਚੱਲਦੇ ਹਾਂ। ਇੱਥੇ ਜਾ ਕੇ ਆਪਾਂ 90 ਯਾਨੀ π/2। ਇੱਥੇ ਜਾ ਕੇ ਆਪਾਂ 180 ਇਟ ਮੀਨਸ ਪਾਈ। ਇੱਥੇ 180 + 90 270 ਯਾਨੀ ਕਿ 3π/2। ਇੱਥੇ 360 ਯਾਨੀ ਕਿ 2π। ਇੱਥੋਂ ਤੱਕ ਆਪਾਂ ਮੰਨ ਕੇ ਚੱਲਦੇ ਹਾਂ। ਐਂਗਲ ਕੱਢਣ ਤੋਂ ਪਹਿਲਾਂ ਇੱਕ ਗੱਲ ਸਮਝ ਲਓ। ਇਹਨਾਂ 4 ਕੁਆਡਰੈਂਟਸ ਦੇ ਵਿੱਚ ਜਿਹੜੀਆਂ ਟ੍ਰਿਗਨੋਮੈਟਰਿਕ ਰੇਸ਼ੀਓ ਹੈ ਸਾਈਨ, ਕਾਸ, ਟੈਨ ਅਤੇ ਉਹਨਾਂ ਦੇ ਉਲਟ ਸੀਕਣ, ਕੋਸੀਕਣ, ਕੋਟੈਂਜੈਂਟ, ਉਹਨਾਂ ਦੇ ਸਾਈਨ ਆਪਾਂ ਨਿਰਧਾਰਿਤ ਕਰ ਲਏ ਵੀ ਕਿੱਥੇ ਕਿਹੜਾ ਪੋਜ਼ੀਟਿਵ ਹੋਊ, ਕਿੱਥੇ ਕਿਹੜਾ ਨੈਗੇਟਿਵ ਹੋਊਗਾ। ਇੱਕ ਆਪਾਂ ਸਿੰਪਲ ਜਿਹਾ ਇੱਕ ਤੁਕ ਯਾਦ ਕਰ ਦਿੰਦੇ ਕਿ ਐਡ ਸ਼ੂਗਰ ਟੂ ਕੌਫੀ। ਆਹ ਪੱਕੀ ਚੀਜ਼ ਯਾਦ ਕਰ ਲਓ। ਉਦੋਂ ਬਾਅਦ ਤੁਹਾਨੂੰ ਆਪੀ ਗੱਲ ਬਹੁਤੀਆਂ ਗੱਲਾਂ ਯਾਦ ਹੋ ਜਾਣਗੀਆਂ। ਪਹਿਲੇ ਕੁਆਡਰੈਂਟ 'ਚ ਆਪਾਂ ਲਿਖਿਆ ਐਡ, ਦੂਜੇ 'ਚ ਲਿਖਿਆ ਆਪਾਂ ਸ਼ੂਗਰ, ਤੀਜੇ 'ਚ ਲਿਖਿਆ ਆਪਾਂ ਟੂ, ਚੌਥੇ ਲਿਖਿਆ ਆਪਾਂ ਕੌਫੀ। ਗੱਲ ਸਮਝ ਆ ਗਈ? ਐਡ ਦਾ ਪਹਿਲਾ ਅੱਖਰ ਏ ਹੈ, ਏ ਤੋਂ ਬਣਾ ਲਾਂਗੇ ਆਪਾਂ ਆਲ। ਐਸ ਪਹਿਲਾ ਅੱਖਰ ਸ਼ੂਗਰ ਦਾ ਐਸ ਹੈ, ਐਸ ਤੋਂ ਬਣਾਵਾਂਗੇ ਸਾਈਨ ਪਲੱਸ। ਸਾਈਨ ਦਾ ਆਪੋਜ਼ਿਟ ਵੀ ਇੱਥੇ ਲੈ ਲਓ, ਕੋਸੀਕੈਂਟ। ਇਹ ਕਿਉਂ ਬਣਾ ਰਿਹਾ ਮੈਂ ਅੱਗੇ ਦੱਸਦਾ। ਟੀ, ਟੀ ਤੋਂ ਟੈਂਜੈਂਟ ਅਤੇ ਟੈਂਜੈਂਟ ਦਾ ਉਲਟ ਕੋਟੈਂਜੈਂਟ। ਸੀ, ਸੀ ਦਾ ਕੌਸ, ਕੌਸ ਦਾ ਉਲਟ ਸੀਕੈਂਟ। ਇਹਦਾ ਮਤਲਬ ਕਿ ਪਹਿਲੇ ਕੁਆਡਰੈਂਟ 'ਚ ਸਾਰੇ ਪੋਜ਼ੀਟਿਵ, ਸਾਰੀਆਂ ਰੇਸ਼ੋ 6 ਦੀਆਂ 6 ਰੇਸ਼ੋ ਨੇ। ਸਾਈਨ, ਕੌਸ, ਟੈਨ, ਸੀਕੈਂਟ, ਕੋਸੀਕੈਂਟ, ਕੋਟੈਂਜੈਂਟ ਸਾਰੇ ਪੋਜ਼ੀਟਿਵ, ਆਲ ਪੋਜ਼ੀਟਿਵ। ਠੀਕ ਹੈ। ਦੂਜੇ ਕੁਆਡਰੈਂਟ 'ਚ ਸਾਈਨ ਪੋਜ਼ੀਟਿਵ, ਸਾਈਨ ਦੇ ਨਾਲ ਤੁਸੀਂ ਆਪਣੇ ਆਪ ਸਮਝ ਲੈਣਾ ਕਿ ਕੋਸੀਕੈਂਟ ਵੀ ਪੋਜ਼ੀਟਿਵ ਹੈ, ਸਾਈਨ ਦਾ ਉਲਟ। ਤੀਜੇ 'ਚ ਟੈਨ ਪੋਜ਼ੀਟਿਵ, ਟੈਨ ਤਾਂ ਪੋਜ਼ੀਟਿਵ ਹੈਗਾ, ਨਾਲ ਕੌਟ ਵੀ ਪੋਜ਼ੀਟਿਵ ਹੈ, ਇਹਦਾ ਉਲਟ। ਚੌਥੇ 'ਚ ਕੌਸ ਪੋਜ਼ੀਟਿਵ, ਕੌਸ ਤਾਂ ਹੈਗਾ, ਕੌਸ ਦੇ ਨਾਲ ਸੀਕੈਂਟ ਵੀ ਕੀ ਹੈ? ਪੋਜ਼ੀਟਿਵ ਹੈ। ਹੁਣ ਪਹਿਲੇ 'ਚ ਸਾਰੇ ਪੋਜ਼ੀਟਿਵ, ਦੂਜੇ ਸਾਈਨ ਅਤੇ ਕੋਸੀਕੈਂਟ ਪੋਜ਼ੀਟਿਵ। ਫਿਰ ਨੈਗੇਟਿਵ ਕਿਹੜੇ ਕਿਹੜੇ ਹੋ ਗਏ? ਟੈਨ ਨੈਗੇਟਿਵ ਹੋ ਗਿਆ, ਕੌਟ ਨੈਗੇਟਿਵ ਹੋ ਗਿਆ, ਕੌਸ ਨੈਗੇਟਿਵ ਹੋ ਗਿਆ, ਕੌਸ ਦਾ ਉਲਟ ਸੀਕੈਂਟ ਨੈਗੇਟਿਵ ਹੋ ਗਿਆ। ਇਹਦੇ ਵਿੱਚ ਟੈਨ ਪੋਜ਼ੀਟਿਵ ਹੈ ਅਤੇ ਕੌਟ ਪੋਜ਼ੀਟਿਵ ਹੈ। ਫਿਰ ਨੈਗੇਟਿਵ ਕਿਹੜੇ ਹੋ ਗਏ? ਸਾਈਨ, ਕੋਸੀਕੈਂਟ, ਕੌਸ, ਸੀਕੈਂਟ, ਇਹ ਨੈਗੇਟਿਵ ਹੋ ਗਏ। ਇੱਥੇ ਕੌਸ ਪੋਜ਼ੀਟਿਵ ਹੈ, ਕੌਸ ਅਤੇ ਸੀਕੈਂਟ ਪੋਜ਼ੀਟਿਵ ਹੈ। ਨੈਗੇਟਿਵ ਕਿਹੜੇ ਹੋ ਗਏ? ਸਾਈਨ, ਕੋਸੀਕੈਂਟ, ਟੈਨ ਅਤੇ ਕੌਟ। ਇਹ ਗੱਲਾਂ ਦੱਸਣ ਦਾ ਫਾਇਦਾ ਕੀ ਹੈ? ਇਹ ਫਾਇਦਾ ਜਦੋਂ ਆਪਾਂ ਹੁਣ ਐਂਗਲ ਕੱਢਾਂਗੇ ਨਾ, ਉੱਥੋਂ ਤੁਹਾਨੂੰ ਇਹਦਾ ਫਾਇਦਾ ਸਮਝ ਆਊਗਾ। ਪਹਿਲਾਂ ਆਪਾਂ ਸਮਝਦੇ ਹਾਂ ਇਸ ਗੱਲ ਨੂੰ।
ਆਹ ਐਂਗਲ ਤੁਸੀਂ ਟੇਬਲ ਵਾਲੇ ਤੁਹਾਡੇ ਦਿਮਾਗ 'ਚ ਹੈਗੇ ਨੇ ਜਿਹੜੇ ਟੇਬਲ ਆਪਾਂ ਬਣਾਇਆ ਹੈ। ਹੁਣ ਇੱਕ ਛੋਟੀ ਐਗਜ਼ਾਮਪਲ ਲੈਣਾ ਮੈਂ। ਮੰਨ ਲਓ ਆਪਾਂ ਨੂੰ ਸਾਈਨ 120 ਡਿਗਰੀ ਚਾਹੀਦਾ। ਸਾਈਨ 120 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? ਸਾਈਨ 90 + 30। ਆ 30 ਆਪਣਾ ਥੀਟਾ ਹੋ ਗਿਆ। 90 ਹੁੰਦਾ π/2, ਜਾਣੀ ਆਪਾਂ ਨੂੰ ਮੈਨੂੰ ਚਾਹੀਦਾ ਸਾਈਨ π/2 + ਥੀਟਾ ਚਾਹੀਦਾ। ਸਮਝ ਆ ਗਿਆ? ਕਿਉਂਕਿ 30 ਤਾਂ ਆਪਾਂ ਨੂੰ ਪਤਾ ਹੈ ਇਹ ਥੀਟਾ ਹੈ, ਜਿਹੜਾ ਚੀਜ਼ ਆਪਾਂ ਨੂੰ ਪਤਾ ਉਹ ਥੀਟਾ ਹੈ, ਕਿਉਂਕਿ ਇਹਦਾ ਆਪਾਂ ਟੇਬਲ ਬਣਾਇਆ ਹੋਇਆ ਹੈ। 90 ਹੋ ਗਿਆ π/2, ਆਪਾਂ ਨੂੰ ਆਹ ਚੀਜ਼ ਚਾਹੀਦੀ ਹੈ। ਇਸੇ ਕੰਮ ਆ ਆਪਣਾ ਜਿਹੜਾ ਆਪਾਂ ਆ ਇੰਨਾ ਸਿੱਖਿਆ ਕਿ ਆਹ ਚੀਜ਼ ਆਪਣੇ ਕੰਮ ਆਊਗੀ। ਹੁਣ ਇਹਨੂੰ ਆਪਾਂ ਕਰਨਾ ਕਿਵੇਂ ਹੈ, ਇੱਧਰ ਧਿਆਨ ਦਿਓ। ਮੈਂ ਦੁਬਾਰਾ ਲਿਖ ਦੇਣਾ ਆਲ ਪੋਜ਼ਿਟਿਵ, ਸਾਈਨ ਪੋਜ਼ਿਟਿਵ, ਕਾਸ ਪੋਜ਼ਿਟਿਵ, ਟੈਨ ਪੋਜ਼ਿਟਿਵ। ਟੈਨ ਦੇ ਨਾਲ ਕਾਟ ਪੋਜ਼ਿਟਿਵ ਹੈ, ਕਾਸ ਦੇ ਨਾਲ ਸੀਕੈਂਟ ਪੋਜ਼ਿਟਿਵ ਹੈ, ਸਾਈਨ ਦੇ ਨਾਲ ਕੋਸੀਕੈਂਟ ਪੋਜ਼ਿਟਿਵ ਹੈ। ਠੀਕ ਹੈ। ਦੋ ਤਰ੍ਹਾਂ ਦੀ ਐਕਸਿਸ ਹੈ, ਇੱਕ ਲੇਟਵੀਂ, ਇੱਕ ਖੜਵੀਂ। ਲੇਟਵੀਂ ਦੀ ਇੱਕ ਗੱਲ ਪੱਕੀ ਯਾਦ ਕਰ ਲਓ, ਨੋ ਚੇਂਜ। ਕਾਹਦੇ ਵਿੱਚ ਨੋ ਚੇਂਜ? ਟੀ ਰੇਸ਼ੋ ਦੇ ਵਿੱਚ। ਇਹ ਕਿਵੇਂ ਹੈ ਉਹ ਅੱਗੇ ਦੱਸੂਗਾ। ਪਹਿਲਾਂ ਗੱਲ ਧਿਆਨ ਨਾਲ ਸੁਣੀਓ, ਅੱਗੇ ਜਦੋਂ ਆਪਾਂ ਕਰਾਂਗੇ ਗੱਲ ਸਮਝ ਆ ਜਾਊਗਾ। ਇੰਨੀ ਗੱਲ ਯਾਦ ਕਰ ਲਓ, ਲੇਟਵੀਂ ਭੁਜਾ ਨੋ ਚੇਂਜ, ਤੇ ਖੜਵੀਂ ਭੁਜਾ ਜਿਹੜੀ ਵਰਟੀਕਲ ਐਕਸਿਸ ਹੈ ਉਹ ਚੇਂਜ। ਪਹਿਲਾਂ ਚੇਂਜ ਤੇ ਨੋ ਚੇਂਜ ਕੀ ਹੈ? ਚੇਂਜ ਕੀ ਹੈ, ਨੋ ਚੇਂਜ ਕੀ ਹੈ, ਪਹਿਲਾਂ ਇਹ ਸਮਝ ਲਓ। ਚੇਂਜ ਦਾ ਮਤਲਬ ਸਾਈਨ ਵਿਲ ਬੀ ਚੇਂਜਡ ਇਨਟੂ cos and cos will be changed into sin। ਸਾਈਨ ਦਾ cos ਬਣੂ, cos ਦਾ ਸਾਈਨ ਬਣੂ। ਕਦੋਂ? ਜਦੋਂ ਆਪਾਂ ਵਰਟੀਕਲ ਐਕਸਿਸ ਦੀ ਜਦੋਂ ਵੀ ਗੱਲ ਹੋਊਗੀ। ਉਹ ਕਿਵੇਂ ਹੋਊਗੀ ਆਪਾਂ ਅੱਗੇ ਕਰਦੇ ਹਾਂ। ਪਹਿਲਾਂ ਇੱਕ ਗੱਲ ਸਮਝ ਲਓ, ਜਦੋਂ ਵੀ ਵਰਟੀਕਲ ਐਕਸਿਸ ਦੀ ਗੱਲ ਹੋਊ ਸਾਈਨ ਦਾ cos ਬਣੂ, cos ਦਾ ਸਾਈਨ ਬਣੂ, ਟੈਨ ਦਾ cot ਬਣੂ, cot ਦਾ ਟੈਨ ਬਣੂ, ਸੀਕੈਂਟ ਦਾ ਕੋਸੀਕੈਂਟ ਬਣੂ, ਕੋਸੀਕੈਂਟ ਦਾ ਸੀਕੈਂਟ ਬਣੂ। ਇੰਨੀ ਗੱਲ ਸਮਝ ਆ ਗਈ? ਹਾਲੇ ਸਮਝਣ ਵਾਲੀ ਕੋਈ ਗੱਲ ਨਹੀਂ, ਹਾਲੇ ਤਾਂ ਮੈਂ ਬੇਸਿਕ ਫਾਰਮੂਲਾ ਦੱਸ ਦਿੰਦਾ। ਨੋ ਚੇਂਜ ਦਾ ਮਤਲਬ ਚੇਂਜ ਨਹੀਂ ਹੋਊਗਾ। ਸਿੰਪਲ ਜਿਹਾ ਗੱਲ, ਸਾਈਨ ਦਾ ਸਾਈਨ ਰਹਿ ਜੂਗਾ, ਕੌਸ ਦਾ ਕੌਸ ਰਹਿ ਜੂ, ਟੈਨ ਦਾ ਟੈਨ ਰਹਿ ਜੂ, ਸੀਕੈਂਟ ਦਾ ਸੀਕੈਂਟ, ਕੋਸੀਕੈਂਟ ਦਾ ਕੋਸੀਕੈਂਟ, ਕੋਟੇਂਜੈਂਟ ਦਾ ਕੋਟੇਂਜੈਂਟ। ਨੋ ਚੇਂਜ ਕਿੱਥੇ ਹੈ? ਲੇਟਵੀਂ ਭੁਜਾ। ਤੇ ਚੇਂਜ ਕਿੱਥੇ ਹੈ? ਇੱਥੇ। ਤਾਂ ਤੁਹਾਨੂੰ ਦੋ ਗੱਲਾਂ ਮੋਟੀਆਂ ਮੋਟੀਆਂ ਦਿਮਾਗ 'ਚ ਆ ਗਈਆਂ। ਇੱਥੇ ਸਾਰੇ ਪੋਜ਼ੀਟਿਵ, ਇੱਥੇ ਆਹ ਪੋਜ਼ੀਟਿਵ, ਆਹ ਪੋਜ਼ੀਟਿਵ, ਆਹ ਪੋਜ਼ੀਟਿਵ, ਜਿਹੜੇ ਇਹ ਤੋਂ ਬਗੈਰ ਸਾਰੇ ਕੀ ਨੇ? ਨੈਗੇਟਿਵ ਨੇ। ਇੱਥੇ ਸਾਰੇ ਪੋਜ਼ੀਟਿਵ ਨੇ। ਦੂਜੀ ਗੱਲ, ਇਹ ਨੋ ਚੇਂਜ ਦੀ ਲਾਈਨ ਹੈ, ਇਹ ਚੇਂਜ ਦੀ ਲਾਈਨ ਹੈ। ਹੁਣ ਇੱਥੋਂ ਹੀ ਫਾਰਮੂਲੇ ਬਣਾਵਾਂਗੇ ਆਪਾਂ। ਮੰਨ ਲਓ ਆਪਾਂ ਸਾਈਨ, ਪਹਿਲਾਂ ਆਹ ਖੜਵੀਂ ਭੁਜਾ ਤੋਂ ਚੱਲ ਪੈਂਦੇ ਆਪਾਂ। ਠੀਕ ਹੈ। ਸਾਈਨ π/2 + ਥੀਟਾ, ਕਿਉਂਕਿ ਆਹ ਕੀ ਹੁੰਦਾ? π/2 ਹੁੰਦਾ, ਆਹ ਪਾਈ ਹੁੰਦਾ, ਦੱਸਿਆ ਹੀ ਤੁਹਾਨੂੰ ਮੈਂ। ਆਹ 3π/2 ਹੈ, ਆਹ 2π ਹੈ। ਠੀਕ ਹੈ। ਪਹਿਲਾਂ ਤਾਂ ਸਾਈਨ π/2 ਥੀਟਾ, cos π/2 ਥੀਟਾ, ਇੱਥੇ ਫਾਰਮੂਲੇ ਬਣ ਜਾਣਗੇ। ਇੱਥੋਂ ਹੀ ਤੁਹਾਨੂੰ ਰੇਸ਼ੋ ਕੱਢਣੀ ਆ ਜੂਗੀ। ਸਾਈਨ cos tan π/2 ਥੀਟਾ, cot π/2 ਥੀਟਾ, π/2 + ਥੀਟਾ ਪਲੱਸ, ਮੈਂ ਆਪ ਹੀ ਸਮਝ ਲਓ, ਸੀਕੈਂਟ π/2 + ਥੀਟਾ, ਕੋਸੀਕੈਂਟ π/2 + ਥੀਟਾ। ਹੁਣ ਇਹਦਾ ਮਤਲਬ ਕੀ ਹੈ? ਮਤਲਬ ਇਹ ਹੈ ਕਿ ਮੰਨ ਲਓ ਸਾਈਨ 120 ਹੈ, ਤਾਂ ਸਾਈਨ π/2 + 30 ਕਿੰਨਾ ਦਾ? π/6 ਹੁੰਦਾ। ਸਮਝ ਗਏ? ਆਹ ਥੀਟਾ ਤੁਹਾਡਾ π/2 + ਥੀਟਾ। ਤਾਂ ਇਹ ਕਿਵੇਂ ਨਿਕਲੂਗਾ? ਇਹਨੂੰ ਸਮਝਣ ਲਈ ਆਪਾਂ ਆਹ ਚੀਜ਼ ਸਮਝੋ। ਕਿਹਦੇ 'ਚ ਐਡ ਕਰ ਰਹੇ ਹਾਂ ਆਪਾਂ? π/2 'ਚ। π/2 ਵਾਲੀ ਭੁਜਾ ਕਿਹੜੀ ਹੈ? ਖੜਵੀਂ ਭੁਜਾ। ਜਦੋਂ ਇਹਦੇ ਵਿੱਚ ਕੁਛ ਜੋੜਾਂਗੇ ਤਾਂ ਇੱਧਰ ਜਾਵਾਂਗੇ, ਜੇ 'ਚ ਕੁਛ ਘਟਾਵਾਂਗੇ ਤਾਂ ਆਪਾਂ ਇੱਧਰ ਜਾਵਾਂਗੇ। ਗੱਲ ਸਮਝ ਆ ਗਈ? ਆਪਾਂ ਇਹ 'ਚ ਕੁਛ ਜੋੜਿਆ, ਇੱਥੇ ਪਹੁੰਚ ਗਏ। ਕਿਹੜੇ ਕੁਆਡਰੈਂਟ 'ਚ ਪਹੁੰਚ ਗਏ? ਦੂਜੇ ਕੁਆਡਰੈਂਟ 'ਚ ਪਹੁੰਚ ਗਏ। π/2 'ਚ ਕੁਛ ਐਡ ਕੀਤਾ, ਦੂਜੇ ਕੁਆਡਰੈਂਟ 'ਚ ਪਹੁੰਚ ਗਏ। ਪਹਿਲੀ ਗੱਲ। ਜੋ ਦੂਜੇ ਕੁਆਡਰੈਂਟ 'ਚ ਪਹੁੰਚਦੇ ਆ ਤਾਂ ਕਿਹੜਾ ਪੋਜ਼ੀਟਿਵ ਹੈ? ਕਹਿੰਦਾ ਸਾਈਨ ਪੋਜ਼ਿਟਿਵ ਹੈ,
एक कोसाइन दा उल्ट कोसीकेंट की है पॉजिटिव, बाकी सारे की ने नैगेटिव ने। पहली गल जो अपना कोआर्डिनेट निर्धारित हो गया, जो अपना कोआर्डिनेट किहड़े कोआर्डिनेट च उदों आपां देख लांगे ये पॉजिटिव बनता कि नैगेटिव बनता, हिसाब ला लिया। दूजी गल हुण ये लाइन किहड़ी है खड़वी भुजा, चेंज वाली लाइन है कि नो चेंज वाली, चेंज वाली। तो साइन काह च चेंज हो जाऊगा, कॉस पाई बाय 2 खत्म हो जू, की रह जू थीटा, कॉस काह च आ जूगा साइन थीटा, टैन काहदे च बदल जूगा कॉट थीटा, कॉट काहदे च बदल जूगा टैन थीटा, सीकेंट पाई बाय 2 प्लस थीटा कोसीकेंट थीटा, कसीकेंट पाई बाय 2 प्लस थीटा सीकेंट थीटा। इत्थों जी तुहानूं गल समझ आउंदी कि टैन 90 प्लस थीटा माइनस का कॉट थीटा हो जाऊगा, तो कॉट 90 जानी पाई बाय 2 प्लस थीटा होगा माइनस टैन थीटा। हुण आही जिहड़े आपां पढ़िया सीगा साइन 120 साइन पाई बाय 2 प्लस 30 डिग्री कह लो चाहे पाई बाय 6 कह लो, आ थीटा है ये किहदे बराबर है, कॉस थीटा बराबर है, यानी कॉस थीटा कितना है पाई बाय 6 है। कॉस 30 डिग्री कितना होंदा है, कॉस 30 डिग्री आप टेबल बनाया सीगा, कॉस 30 डिग्री का टेबल आप इत्थे देखते हैं √3/2, इट मीनस साइन 120 भी √3/2 होगा। एक होर आप समझते हैं टैन मान लो 135 डिग्री चाहिए अपन, ये बन जू टैन 90 डिग्री प्लस 45 डिग्री, चाहे तो ऐ पढ़ लो चाहे 19 लिख लो पाई बाय 2, 45 लिख लो पाई बाय 4। टैन 90 प्लस थीटा आ सी माइनस का कॉट थीटा, थीटा कितना आ नहीं देखना, थीटा इधरला होंदा जिहड़ा जोड़िया च आपां पाई बाय 4, कॉट पाई बाय 4 कितना का 1 होंदा है, पर यह की आ गया माइनस का 1 आ गया। टैन 45 भी 1 होंदा, कॉट 45 भी 1 होंदा है, ये 1 है, ये की बन गया -1 बन गया, समझ आ गई। तो टैन 135 डिग्री -1 होगा, क्यों माइनस का होगा, क्योंकि आप कितने पहुँच गए 90 तो वड्डा होवे एंगल 180 तो छोटा होवे, तो दूजे कोआर्डिनेट च ही होवांगे, तो दूजे कोआर्डिनेट च टैन की हुंदा है नैगेटिव हुंदा है। तो ये फार्मूले तुहानूं समझ आ गए। हुण आपां चलदे हां पहले कोआर्डिनेट भी, इधर जाके आप समझाई देना, मैं वो समझने वाली कोई गल नहीं है, पर मैं समझा देना। मान लो आ लाइन है, आप बनाना साइन पाई बाय 2 माइनस थीटा, कॉस पाई बाय 2 माइनस थीटा, टैन पाई बाय 2 माइनस थीटा, कॉट पाई बाय 2 माइनस थीटा, सिमिलरली सीकेंट पाई बाय 2 माइनस थीटा, कोसीकेंट पाई बाय 2 माइनस थीटा। पाई बाय थीटा घटावांगे, मतलब 90 चो 30 घटा तो 60 रह जाएंगे, आ 90 है, थीटा मान लो 30 है, कहना साइन 60 हो गया एक तरीके का। ये की होगा लाइन कि चेंज वाली कि पहला तो पॉजिटिव नैगेटिव देखो सारे पॉजिटिव होंगे, क्योंकि पहले कोआर्डिनेट च आ गए सारे की ने पॉजिटिव ने, पॉजिटिव निशानी लाओ चाहे ना लाओ कोई फर्क नहीं पैंदा, उस समझाने लिए मैं लगाती ऑल पॉजिटिव। चेंज वाली लाइन है साइन का क्या कॉस हो जाऊगा कॉस थीटा, साइन 90 माइनस थीटा कॉस थीटा, कॉस 90 माइनस थीटा साइन थीटा। 10वीं च पढ़िया होया तुसीं ये, सीकण 90 माइनस थीटा कोसीकण थीटा, कोसीकण 90 माइनस थीटा सीकण थीटा, कॉट 90 माइनस थीटा टैन थीटा, टैन 90 माइनस थीटा कॉट थीटा। जिवें आपां मान लो कढ़ना साइन 60 डिग्री, इन्हूं आपां लिख सकते हैं साइन 90 माइनस 30 डिग्री, 90 का पाई बाय 2 हो गया माइनस थीटा हो गया, साइन 90 माइनस थीटा कितना है कॉस थीटा, की बन गया कॉस 30 डिग्री। तो कॉस 30 डिग्री कितना होंदा है, माड़ा इधर आ जाओ, कॉस 30 डिग्री कितना है √3/2, तो साइन 60 कितना है, साइन 60 भी √3/2, देखो हो गया ना प्रूव। साइन 90 माइनस थीटा तो आ दोनों बराबर ने, देखो तो साइन 60 तो कॉस की एक ही गल है, ये फार्मूले बन गए। सिमिलरली हुण आपां जिवें ऐं कढ़िया कुछ ऑफ ने जिथे
180 की गल होगी। 180 वाली लाइन किहड़ी आह लाइन है साइन 180 डिग्री माइनस थीटा। पहला आप घटावांगे तो किहड़े क्वाड्रेंट पहुँच जाएगा दूजे च कॉस 180 डिग्री माइनस थीटा टैन 180 डिग्री माइनस थीटा 180 डिग्री लिख लो चाहे इनू लिख लो पाई माइनस थीटा एक ही गल है क्योंकि पाई बाय 2 का यह मल्टीपल ही है पाई अलाइड एंगल तो ही बन गया ना। कॉट पाई या 180 डिग्री माइनस थीटा सीकेंट पाई यानी 180 डिग्री माइनस थीटा को सीकेंट 180 डिग्री माइनस थीटा। पहला आप कितने पहुँचे दूजे क्वाड्रेंट दूजे पॉइंट साइन पॉजिटिव तो कोसीकेंट पॉजिटिव बाकी सारे नैगेटिव। ठीक है साइन 180 प्लस माइनस थीटा साइन का की बन जूगा लाइन कि नो चेंज है साइन थीटा तो साइन 180 माइनस थीटा साइन थीटा ही रह जूगा। ये कॉस थीटा ये टैन थीटा ये कॉट थीटा ये सीकेंट थीटा ये कोसीकेंट थीटा। एग्जाम्पल वही साइन 120 ही समझाना हूँ फिर मैं साइन 120 ਨੂੰ ਕਿਵੇਂ लिख सकते आप साइन 90 प्लस 30 भी लिख सकते हैं साइन 180 माइनस 60 भी लिख सकते हैं। साइन 180 माइनस थीटा प्लस का साइन थीटे तो प्लस का साइन 60 डिग्री आ गया तो साइन 60 डिग्री कितना होंगे √3/2 इदा निकल जाता है। हुण आपां इसे तो ही बनाने 180 प्लस थीटा साइन कॉस सीकेंट चलो अगे पिछे लिखा गया टैन कॉट कोसीकेंट 180 च थीटा जोड़ांगे 180 च मतलब 20 जोड़ते 200 हो गया कितने पहुँच गए तीजे क्वाड्रेंट पहुँच गए। तीजे किहड़ा पॉजिटिव ने टैन तो कॉट टैन पॉजिटिव हो गया एक कॉट पॉजिटिव हो गया बाकी सारे नैगेटिव आ भी नैगेटिव आ भी नैगेटिव आ भी नैगेटिव आ भी नैगेटिव। साइन का साइन रह जू साइन 180 प्लस थीटा माइनस साइन थीटा कॉस 180 प्लस थीटा माइनस कॉस थीटा सीकेंट 180 प्लस थीटा माइनस सीकेंट थीटा सीकेंट का सीकेंट रह जू नो चेंज वाली लाइन है ना टैन थीटा कॉट थीटा माइनस कोसीकेंट थीटा समझ आ गई। सिमिलरली आप हम 270 वाली लाइन पर आ जाओ आ 270 है जिन्हें 3π/2 कहने आप या 270 डिग्री ये भी थीटा माइनस हो सकता है थीटा प्लस हो सकता है। पहला माइनस कर लो साइन 3π/2 माइनस थीटा कॉस 270 ले लो जो मर्जी है थोड़ी ठीक है जी। हम 3π/2 जो थीटा घटावांगे इधर जोड़ांगे इधर जोड़ा घटावांगे तीजे च टैन पॉजिटिव कॉट पॉजिटिव बाकी सारे नैगेटिव आ भी नैगेटिव आ भी नैगेटिव आ भी नैगेटिव आ भी नैगेटिव हो गया। हुण जो ये हो गया दूजी गल लाइन किहड़ी है चेंज वाली तो साइन का की बन जू कॉस थीटा माइनस कॉस थीटा हो गया ना कॉस का की बन गया साइन थीटा माइनस साइन थीटा हो गया टैन थीटा कोसीकेंट का बन गया सीकेंट थीटा सीकेंट का बन गया कोसीकेंट थीटा कॉट का बन गया इतने टैन का कॉट बनना सीगा कॉट का बन गया टैन थीटा। ये 370 डिग्री माइनस थीटा है। सिमिलर 370 प्लस थीटा मैं इतने करदा जे प्लस करदा फर्क सिर्फ इन्ना पैना है इतने प्लस कर दी जी आप नैगेटिव पॉजिटिव का फर्क पू इतने किहड़े पॉजिटिव हो जाएंगे कॉस ते सीकेंट यानी कॉस आह ते सीकेंट कॉस ते सीकेंट आह ये पॉजिटिव हो जाएंगे कॉस ते सीकेंट बाकी आ नैगेटिव हो जू
ਆ ਨੈਗੇਟਿਵ ਹੋ ਜੂ, ਆ ਨੈਗੇਟਿव ਹੁਣ 360 प्लस थीटा 360 माइनस थीटा 360 ਇੱਕੋ ਹੀ एंगल करके दिखाना, बाकी समझ लो। एक साइन बदल देना, एक टैन बदल देना। चलो मैं 360 ਨੂੰ 2 ਪਾਈ ਲਿਖ ਸਕਦੇ ਹੋ, यानी जिवें आप कॉस की शेप लिखा 360 में आप 2 पाई प्लस थीटा कॉस 2 पाई। चलो हुण 2 पाई प्लस थीटा कित्थे जाऊगा? इधर किहड़े कोआर्डिनेट च पहले पहले च सारे पॉजिटिव, आ भी पॉजिटिव, आ भी पॉजिटिव, आ भी पॉजिटिव। साइन किहड़ी लाइन है? हॉरिजेंटल लाइन है। साइन का साइन ही रह गया, टैन का टैन ही रह गया, कॉस का कॉस ही रह गया। ठीक है, जे आप माइनस कर लीए साइन 2 पाई माइनस थीटा टैन 2 पाई माइनस थीटा कॉट 2 पाई माइनस थीटा। मान लो आप 3 एंगल पढ़ लेने, चलो पढ़ दो। सीकेंट 2 पाई माइनस थीटा किहड़ी लाइन है? 360 डिग्री वाली। माइनस किया किहड़े कोआर्डिनेट च आके? चौथे च आके। चौथे च किहड़ा किहड़ा? टैन ते कॉट है। एड शुगर टू कॉफी सॉरी कॉस ते सीकेंट। सीकेंट तो लिख रखे आप कॉस 2 पाई माइनस थीटा, आ पॉजिटिव हो गया। बाकी की हो गए? साइन भी नैगेटिव आ गया, टैन भी नैगेटिव आ गया, कॉट भी नैगेटिव आ गया। तो किहड़ा साइन का उल्ट कोसीकेंट भी क्या होगा? नैगेटिव होगा। साइन का साइन रह जू क्योंकि हॉरिजेंटल लाइन है। टैन का टैन रह जू, कॉट का कॉट रह जू, सीकेंट का सीकेंट रह जू, कोसीकेंट का कॉस का कॉस रह जूगा। ये तो बगैर भी कुछ रह गया, वो की रह गया? एक इदा ने एंगल पढ़ोगे तो साइन माइनस थीटा कॉस माइनस थीटा टैन माइनस थीटा कॉट माइनस थीटा सीकेंट माइनस थीटा कोसीकेंट माइनस थीटा। एक्चुअली है कि ये क्या? साइन 0 माइनस थीटा पढ़ लो, एक ही गल है। कॉस 0 माइनस थीटा टैन 0 माइनस थीटा कॉट 0 माइनस थीटा सीकेंट 0 माइनस थीटा। इतने कोसीकेंट आने, कोसीकेंट 0 माइनस थीटा। 0 इत्थे हुंदा है, आ 0 भी है 360 भी। ये थीटा घटावांगे किहड़े कोआर्डिनेट च? चौथे च। चौथे जो घटाओगे तुसीं तां किहड़ा? कॉस एक आ पॉजिटिव आ गया, कॉस का उल्ट सीकेंट पॉजिटिव आ गया। बाकी आ भी नैगेटिव, आ भी नैगेटिव, आ भी नैगेटिव, आ भी नैगेटिव। हुण तुसीं देखोगे साइन माइनस थीटा जिहड़ा वो एक तो नैगेटिव हो गया, बन के जाऊगा सेम ही रह जू क्योंकि हॉरिजेंटल लाइन है। साइन माइनस थीटा माइनस साइन थीटा कॉस माइनस थीटा, ये की बन गया? पॉजिटिव बन गया। अगे निशानी लाओ चाहे ना लाओ, क्योंकि पॉजिटिव तो जिहदे अगे कोई सिंबल नहीं पॉजिटिव तो होंदी है वो कॉस थीटा ही रह गया। टैन माइनस थीटा माइनस टैन थीटा कॉट माइनस थीटा माइनस कॉट थीटा सीकेंट कॉस का उल्टा सीकेंट माइनस थीटा सीकेंट थीटा कोसीकेंट कोसीकेंट माइनस थीटा माइनस कोसीकेंट थीटा। तो इत्थों तुहानूं ये इन्ना कुछ मैं क्यों समझाया क्योंकि जो आप हुण कंपलैक्स नंबर पढ़ांगे ਜਾਂ प्लस 2 ਦੇ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਪੜਾਂਗੇ ਤਾਂ ਇਹਨਾਂ ਦੀ ਬਹੁਤ ਲੋੜ ਪੈਣੀ ਹੈ ਆਪਾਂ ਨੂੰ। ਇਸ ਕਰਕੇ ਇਹ ਵੀਡੀਓ ਤੁਸੀਂ ਬਹੁਤ ਧਿਆਨ ਨਾਲ ਸਮਝਣੀ ਹੈ ਕਿ ਇਹ ਫਾਰਮੂਲੇ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਫਾਰਮੂਲਾ ਦਾ ਇੱਕ ਬੇਸਿਕ ਰੂਲ ਹੈ, ਉਹ ਰੂਲ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਗਲੀ ਵੀਡੀਓ ਲੈ ਕੇ ਤੁਹਾਡੇ ਦਰਮਿਆਨ ਜਲਦ ਹਾਜ਼ਰ ਹੋਊਗਾ। ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਧੰਨਵਾਦ।